ਡੀਅਰ ਸਟੂਡੈਂਟਸ, ਇਸ ਕੁਐਸਚਨ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ੀਤ ਯੁੱਧ ਚੱਲਿਆ ਜੋ 1947 ਤੋਂ ਲੈ ਕੇ 1991 ਤੱਕ ਉਸ ਦੇ ਚੌਥੇ ਦੌਰ ਦੇ ਦੌਰਾਨ ਕਿਹੜੀਆਂ ਮੁੱਖ ਘਟਨਾਵਾਂ ਹੋਈਆਂ। ਸ਼ੀਤ ਯੁੱਧ ਦਾ ਚੌਥਾ ਦੌਰ ਆਮ ਕਰਕੇ ਮੰਨਿਆ ਜਾਂਦਾ ਹੈ 1963 ਤੋਂ ਲੈ ਕੇ 1970 ਤੱਕ ਦੇ ਸਮੇਂ ਨੂੰ। ਸ਼ੀਤ ਯੁੱਧ ਦੇ ਚੌਥੇ ਦੌਰ ਦੇ ਦੌਰਾਨ ਦੋਵਾਂ ਮਹਾਸ਼ਕਤੀਆਂ ਦੀ ਲੀਡਰਸ਼ਿਪ ਦੇ ਵਿੱਚ ਕੁਝ ਤਬਦੀਲੀਆਂ ਆਈਆਂ। 1963 ਦੇ ਵਿੱਚ ਅਮਰੀਕਨ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਹੱਤਿਆ ਕਰ ਦਿੱਤੀ ਗਈ। ਉਸ ਤੋਂ ਬਾਅਦ ਐਲਬੀ ਜੌਨਸਨ ਉੱਥੋਂ ਦੇ ਰਾਸ਼ਟਰਪਤੀ ਬਣੇ। ਇਸ ਤਰ੍ਹਾਂ ਦੂਸਰੇ ਪਾਸੇ ਅਕਤੂਬਰ 1964 ਦੇ ਵਿੱਚ ਖਰੁਸ਼ਚੇਵ ਨੂੰ ਗੱਦੀ ਤੋਂ ਲਾ ਦਿੱਤਾ ਗਿਆ ਸੋਵੀਅਤ ਸੰਘ ਦੇ ਵਿੱਚ, ਅਤੇ ਉਹਨਾਂ ਦੀ ਥਾਂ ਤੇ ਐਲ ਬ੍ਰੇਜਨੇਵ ਰਾਸ਼ਟਰਪਤੀ ਬਣੇ ਅਤੇ ਕੋਸਿਗਿਨ ਪ੍ਰਧਾਨ ਮੰਤਰੀ ਬਣੇ। ਇਹ ਮੁੱਖ ਲੀਡਰਸ਼ਿਪ ਰਹੀ ਇਸ ਕਾਲ ਦੇ ਦੌਰਾਨ ਜਿਸ ਨੇ ਸ਼ੀਤ ਯੁੱਧ ਨੂੰ ਨਿਰਦੇਸ਼ਿਤ ਕੀਤਾ। ਇਸ ਸਮੇਂ ਦੇ ਦੌਰਾਨ ਜਿਹੜੀਆਂ ਮੁੱਖ ਘਟਨਾਵਾਂ ਹੋਈਆਂ, ਉਹ ਪਹਿਲੀ ਮੁੱਖ ਘਟਨਾ ਕਹੀ ਜਾ ਸਕਦੀ ਹੈ ਇੰਡੋ ਪਾਕ ਵਾਰ 1965, ਭਾਰਤ ਅਤੇ ਪਾਕਿਸਤਾਨ ਵਿਚਕਾਰਲਾ ਯੁੱਧ ਜਿਹੜਾ 1965 ਦੇ ਵਿੱਚ ਹੋਇਆ। ਇਸ ਯੁੱਧ ਦੇ ਦੌਰਾਨ ਦੋਵੇਂ ਜਿਹੜੀਆਂ ਮਹਾਸ਼ਕਤੀਆਂ ਸੀ ਸੋਵੀਅਤ ਸੰਘ ਅਤੇ USA, ਉਹ ਲਗਭਗ ਨਿਰਪੱਖ ਬਣੀਆਂ ਰਹੀਆਂ, ਪਰੰਤੂ ਦੋਹਾਂ ਰਾਜਾਂ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧਬੰਦੀ ਕਰਵਾਉਣ ਲਈ USSR ਨੇ ਪਹਿਲ ਕਦਮੀ ਕੀਤੀ। USSR ਦੇ ਜਿਹੜੇ ਪ੍ਰਧਾਨ ਮੰਤਰੀ ਸੀ ਕੋਸਿਗਿਨ, ਉਹਨਾਂ ਨੇ ਵਿਸ਼ੇਸ਼ ਉਪਰਾਲੇ ਕਰਕੇ ਤਾਸ਼ਕੰਦ ਸੰਧੀ ਕਰਵਾਈ। ਤਾਸ਼ਕੰਦ ਦੇ ਵਿੱਚ ਦੋਹਾਂ ਧਿਰਾਂ ਨੂੰ ਬੁਲਾ ਕੇ ਉੱਥੇ ਸ਼ਾਂਤੀ ਸੰਧੀ ਕਰਵਾਈ ਗਈ। ਪਰ ਇਹ ਜਿਹੜੀ ਐਕਟਿਵ ਪਾਰਟੀਸਪੇਸ਼ਨ ਸੀ, ਐਕਟਿਵ ਭੂਮਿਕਾ ਸੀ ਵਿਚੋਲਗੀ ਵਾਲੀ USSR ਦੁਆਰਾ ਨਿਭਾਈ ਗਈ। ਇਸ ਤੋਂ ਅਮਰੀਕਾ ਤੇ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਪਿਆ। ਅਮਰੀਕਾ ਨੂੰ ਲੱਗਾ ਕਿ ਇਸ ਖੇਤਰ ਦੇ ਵਿੱਚ USSR ਆਪਣਾ ਆਧਾਰ ਬਣਾ ਰਿਹਾ ਹੈ। ਦੂਸਰੀ ਮੁੱਖ ਘਟਨਾ ਇਸ ਸਮੇਂ ਦੇ ਦੌਰਾਨ ਹੋਈ ਅਰਬ ਇਜ਼ਰਾਈਲ ਯੁੱਧ 1967 ਦੇ ਵਿੱਚ। ਇਸ ਯੁੱਧ ਦੇ ਵਿੱਚ USA ਨੇ ਇਜ਼ਰਾਈਲ ਦਾ ਪੱਖ ਲਿਆ ਅਤੇ ਦੂਸਰੇ ਪਾਸੇ USSR ਨੇ ਜਿਹੜੇ ਅਰਬ ਕੰਟਰੀਜ਼ ਸੀ ਉਹਨਾਂ ਦਾ ਪੱਖ ਲਿਆ। ਇਸ ਯੁੱਧ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਇੱਕ ਪਾਸੇ ਇਜ਼ਰਾਈਲ ਸੀ, ਦੂਸਰੇ ਪਾਸੇ ਕਈ ਅਰਬੀਅਨ ਕੰਟਰੀਜ਼ ਸੀ, ਪਰੰਤੂ ਯੁੱਧ ਦੇ ਨਤੀਜੇ ਵਜੋਂ ਇਜ਼ਰਾਈਲ ਨੇ ਕਾਫੀ ਸਾਰੇ ਇਲਾਕਿਆਂ ਤੇ, ਜਿਵੇਂ ਸੀਰੀਆ ਦਾ ਕੁਝ ਇਲਾਕਾ, ਜਾਰਡਨ ਦਾ ਕੁਝ ਇਲਾਕਾ ਅਤੇ ਇਜਿਪਟ ਦਾ ਕੁਝ ਇਲਾਕਾ, ਇਹਨਾਂ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤਰ੍ਹਾਂ ਜਿਹੜਾ ਇਹ ਮੱਧ ਪੂਰਬ ਦਾ ਖੇਤਰ ਹੈ 1967 ਦੀ ਜੰਗ ਤੋਂ ਬਾਅਦ ਇਹ ਵੀ ਇੱਕ ਸ਼ੀਤ ਯੁੱਧ ਦਾ ਭਖਦਾ ਮਸਲਾ ਬਣਿਆ ਰਿਹਾ ਹੈ। 1967 ਦੇ ਵਿੱਚ ਦੋ ਜਿਹੜੀਆਂ ਮਹਾਸ਼ਕਤੀਆਂ ਸੀ ਅਮਰੀਕਾ ਅਤੇ USSR, ਇਹਨਾਂ ਦੇ ਵਿੱਚ ਗਲਾਸਗੋ ਸਿਖਰ ਸੰਮੇਲਨ ਸ਼ੁਰੂ ਹੋਇਆ। ਇਹ ਸਿਖਰ ਸੰਮੇਲਨ 23 ਜੂਨ ਤੋਂ ਲੈ ਕੇ 26 ਜੂਨ ਤੱਕ ਚੱਲਿਆ 1967 ਦੇ ਵਿੱਚ, ਜਿਸ ਦੇ ਵਿੱਚ ਦੋਹਾਂ ਹੀ ਮਹਾਸ਼ਕਤੀਆਂ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਸੀ, ਸੋਵੀਅਤ ਪ੍ਰਧਾਨ ਮੰਤਰੀ ਕੋਸਿਗਿਨ ਅਤੇ ਅਮਰੀਕੀ ਰਾਸ਼ਟਰਪਤੀ ਐਲਬੀ ਜੌਨਸਨ, ਦੋਹਾਂ ਵਿਚਾਰ ਸਿੱਧੀ ਗੱਲਬਾਤ ਹੋਈ। ਇਸ ਸਿਖਰ ਸੰਮੇਲਨ ਦੇ ਵਿੱਚ ਜਿਹੜੇ ਭਖਦੇ ਮਸਲੇ ਸੀ ਉਸ ਸਮੇਂ ਸ਼ੀਤ ਯੁੱਧ ਨਾਲ ਦਾਗ ਜਿਹੜੇ ਕਾਰਨ ਬਣੇ ਹੋਏ ਸੀ, ਜਿਵੇਂ ਵੀਅਤਨਾਮ ਦੀ ਸਥਿਤੀ, ਮੱਧ ਪੂਰਬ ਦੀ ਸਥਿਤੀ, ਇਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦੋਹੇ ਮਹਾਸ਼ਕਤੀਆਂ ਇੱਕ ਦੂਸਰੇ ਦੇ ਨੇੜੇ ਆਈਆਂ ਅਤੇ ਪਰਮਾਣੂ ਪ੍ਰਸਾਰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਤੇ ਸਹਿਮਤੀ ਬਣੀ, ਕਿਉਂਕਿ ਪਰਮਾਣੂ ਹਥਿਆਰ ਜਿਹੜੇ ਪਹਿਲਾਂ ਕੇਵਲ USA ਕੋਲ ਸੀ, ਫਿਰ ਹੌਲੀ-ਹੌਲੀ ਕਈ ਹੋਰ ਸ਼ਕਤੀਆਂ ਜਿਵੇਂ ਚੀਨ, ਫਰਾਂਸ, ਯੂਨਾਈਟਿਡ ਕਿੰਗਡਮ, ਇਹਨਾਂ ਰਾਜਾਂ ਨੇ ਵੀ ਪਰਮਾਣੂ ਸ਼ਕਤੀ ਪ੍ਰਾਪਤ ਕਰ ਲਈ ਸੀ ਤੇ ਹੌਲੀ-ਹੌਲੀ ਹੋਰ ਰਾਜ ਵੀ ਪਰਮਾਣੂ ਸ਼ਕਤੀ ਦੀ ਪ੍ਰਾਪਤੀ ਵੱਲ ਨੂੰ ਵਧ ਰਹੇ ਸੀ। ਪਰਮਾਣੂ ਸ਼ਕਤੀ ਨੂੰ ਸਾਰੇ ਰਾਜਾਂ ਤੱਕ ਪਹੁੰਚਣ ਤੋਂ ਕਿਵੇਂ ਰੋਕਿਆ ਜਾ ਸਕੇ ਤਾਂ ਕਿ ਕਿਤੇ ਕੋਈ ਐਕਸੀਡੈਂਟਲ ਵਾਰ ਵੀ ਦੁਨੀਆ ਨੂੰ ਪਰਮਾਣੂ ਯੁੱਧ ਦੇ ਵਿੱਚ ਨਾ ਧੱਕ ਦੇਵੇ। ਇਸ ਲਈ ਦੋਹਾਂ ਮਹਾਸ਼ਕਤੀਆਂ ਦੇ ਵਿੱਚ ਕੁਝ ਮੁੱਦਿਆਂ ਤੇ ਸਹਿਮਤੀ ਬਣੀ ਕਿ ਪਰਮਾਣੂ ਪਸਾਰ ਨੂੰ ਕਿਸ ਤਰ੍ਹਾਂ ਅਸੀਂ ਫਿਊਚਰ ਦੇ ਵਿੱਚ ਰੋਕਣਾ ਹੈ। ਚੌਥੀ ਮੁੱਖ ਘਟਨਾ ਹੋਈ ਇਸ ਸਮੇਂ ਬਰਲਿਨ ਸੰਕਟ ਫਿਰ ਪੈਦਾ ਹੋਇਆ, ਫਿਰ ਸ਼ੀਤ ਯੁੱਧ ਦਾ ਇੱਕ ਕਾਰਨ ਬਣਿਆ। 1969 ਦੇ ਵਿੱਚ ਬਰਲਿਨ ਦੇ ਚਾਂਸਲਰ ਦੀ ਜਿਹੜੀ ਚੋਣ ਹੋਣੀ ਸੀ, ਪੱਛਮੀ ਜਰਮਨ ਦੇ ਚਾਂਸਲਰ ਦੀ, ਪੱਛਮੀ ਜਰਮਨ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਚਾਂਸਲਰ ਦੀ ਚੋਣ ਆਪਣੀ ਰਾਜਧਾਨੀ ਵਿੱਚ ਜਾ ਕੇ, ਬਰਲਿਨ ਦੇ ਵਿੱਚ ਜਾ ਕੇ ਕਰਨੀ ਹੈ। ਅਸੀਂ ਪਿਛਲੇ ਕੁਐਸਚਨ ਦੇ ਵਿੱਚ ਇਹ ਡਿਸਕਸ ਕਰ ਚੁੱਕੇ ਹਾਂ ਕਿ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਜਰਮਨ ਹਾਰ ਗਿਆ ਤਾਂ ਇਸ ਦੀ ਵੰਡ ਪਹਿਲਾਂ 4 ਭਾਗਾਂ ਦੇ ਵਿੱਚ ਹੋਈ। ਇੱਕ ਹਿੱਸਾ ਸੋਵੀਅਤ ਸੰਘ ਨੂੰ ਆਇਆ, ਇੱਕ ਹਿੱਸਾ ਅਮਰੀਕਾ ਨੂੰ UK ਨੂੰ ਆਇਆ, ਇੱਕ ਅਮਰੀਕਾ ਨੂੰ ਆਇਆ, ਇੱਕ ਹਿੱਸਾ ਫਰਾਂਸ ਨੂੰ ਆਇਆ। ਅਮਰੀਕਾ, ਫਰਾਂਸ ਅਤੇ UK ਨੇ ਆਪਣੇ ਹਿੱਸੇ ਨੂੰ ਇਕੱਠਾ ਕਰਕੇ ਵੈਸਟ ਜਰਮਨੀ ਬਣਾ ਦਿੱਤਾ ਅਤੇ USSR ਨੇ ਆਪਣੇ ਹਿੱਸੇ ਨੂੰ ਈਸਟ ਜਰਮਨੀ ਦੇ ਨਾਂ ਨਾਲ, ਜਰਮਨ ਡੈਮੋਕ੍ਰੈਟਿਕ ਰਿਪਬਲਿਕ ਦੇ ਨਾਮ ਨਾਲ ਨਵਾਂ ਰਾਜ ਬਣਾ ਦਿੱਤਾ, ਨਵਾਂ ਰਾਜ ਗਠਿਤ ਕਰ ਦਿੱਤਾ। ਜਿਹੜਾ ਬਰਲਿਨ ਹੈ ਇਹ ਸ਼ਹਿਰ ਸੀ ਰਾਜਧਾਨੀ,
ਜਰਮਨੀ ਦੀ। ਇਸ ਲਈ ਰਾਜਧਾਨੀ ਹੋਣ ਦੇ ਨਾਤੇ ਇਸ ਦੀ ਵੀ ਵੰਡ 4 ਸੈਕਟਰਾਂ ਵਿੱਚ ਕੀਤੀ ਗਈ, ਪਰੰਤੂ ਇਹ ਬਰਲਿਨ ਪੂਰੀ ਤਰ੍ਹਾਂ ਨਾਲ ਉਹਨਾਂ ਇਲਾਕਿਆਂ ਦੁਆਰਾ ਘਿਰਿਆ ਹੋਇਆ ਸੀ ਜਿਹੜੇ ਈਸਟ ਜਰਮਨੀ ਦੇ ਸੀ, ਭਾਵ ਇਹ ਈਸਟ ਜਰਮਨੀ ਵਾਲੇ ਪਾਸੇ ਪੈਂਦਾ ਸੀ। ਪਰੰਤੂ ਵੈਸਟ ਜਰਮਨੀ ਵੀ ਬਰਲਿਨ ਨੂੰ ਜਿਹੜਾ ਉਸ ਨੂੰ ਹਿੱਸਾ ਆਇਆ, ਜਿਹੜਾ ਇੱਥੇ ਥੋੜਾ ਜਿਹਾ ਪੀਲੇ ਰੰਗ ਦਾ ਹਿੱਸਾ ਸਾਨੂੰ ਦਿਖਾਈ ਦੇ ਰਿਹਾ ਹੈ, ਆਪਣੀ ਰਾਜਧਾਨੀ ਦੇ ਤੌਰ ਤੇ ਵਰਤਣਾ ਚਾਹੁੰਦਾ ਸੀ। ਇਸ ਲਈ 1969 ਦੇ ਵਿੱਚ ਵੈਸਟ ਜਰਮਨੀ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਚਾਂਸਲਰ ਦੀ ਇਲੈਕਸ਼ਨ ਆਪਣੀ ਰਾਜਧਾਨੀ 'ਚ ਜਾ ਕੇ, ਬਰਲਿਨ ਦੇ ਵਿੱਚ ਜਾ ਕੇ ਕਰਵਾਉਣੀ ਹੈ। ਪਰੰਤੂ ਸੋਵੀਅਤ ਸੰਘ ਨੂੰ ਇਹ ਪ੍ਰਵਾਨ ਨਹੀਂ ਸੀ ਅਤੇ ਈਸਟ ਜਰਮਨੀ ਪੂਰੀ ਤਰ੍ਹਾਂ ਸੋਵੀਅਤ ਸੰਘ ਦੇ ਪ੍ਰਭਾਵ ਅਧੀਨ ਸੀ। ਇਸ ਲਈ ਈਸਟ ਜਰਮਨੀ ਨੇ ਫਿਰ ਤੋਂ ਬਰਲਿਨ ਨੂੰ ਜਾਣ ਵਾਲੇ ਸਾਰੇ ਰਸਤੇ ਨੇ ਜਿਹੜੇ ਉਹ ਨਾਕਾਬੰਦੀ ਕਰ ਦਿੱਤੀ, ਬਰਲਿਨ ਦੀ ਫਿਰ ਤੋਂ ਬਲੌਕੇਡ ਕਰ ਦਿੱਤੀ। ਪੱਛਮੀ ਜਰਮਨੀ ਨੇ ਆਪਣੇ ਚਾਂਸਲਰ ਦੀ ਚੋਣ ਬਰਲਿਨ ਦੇ ਵਿੱਚ ਹੀ ਕਰਵਾਉਣ ਦਾ ਫੈਸਲਾ ਲਿਆ। ਪੂਰਬੀ ਜਰਮਨੀ ਨੇ ਇਸ ਦਾ ਵਿਰੋਧ ਕੀਤਾ, ਫਿਰ ਨਾਕਾਬੰਦੀ ਕੀਤੀ ਗਈ ਬਰਲਿਨ ਦੀ, ਤੇ ਪੱਛਮੀ ਜਰਮਨੀ ਨੇ ਇਸ ਦਾ ਇੱਕ ਵਿਚਕਾਰਲਾ ਰਸਤਾ ਲੱਭਿਆ ਕਿ ਆਪਣੇ ਜਿਹੜੇ ਚੋਣ ਮੰਡਲ ਦੇ ਮੈਂਬਰ ਸੀ, ਕਿਉਂਕਿ ਚਾਂਸਲਰ ਦੀ ਚੋਣ ਮੰਡਲ ਨੇ ਕਰਨੀ ਸੀ, ਸਾਰੇ ਜਰਮਨ ਨਾਗਰਿਕਾਂ ਨੇ ਨਹੀਂ ਕਰਨੀ ਸੀ, ਉਹਨਾਂ ਦੇ ਮੈਂਬਰਾਂ ਨੂੰ ਹਵਾਈ ਰਸਤੇ ਰਾਹੀਂ ਬਰਲਿਨ ਪਹੁੰਚਾਇਆ ਗਿਆ ਤੇ ਉੱਥੇ ਜਾ ਕੇ ਚੋਣ ਕਰਵਾਈ ਗਈ। ਇਸ ਤਰ੍ਹਾਂ ਚੋਣ ਸੀ ਜਿਹੜੀ ਇਹ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਗਈ। ਪਰੰਤੂ ਜਿਹੜੀ ਨਰਮੀ ਆਈ ਸੀ ਅਮਰੀਕਾ ਅਤੇ ਸੋਵੀਅਤ ਸੰਘ ਦੇ ਸਬੰਧਾਂ ਦੇ ਵਿੱਚ, ਉਹ ਫਿਰ ਕੜਵਾਹਟ ਦੇ ਵਿੱਚ ਬਦਲ ਗਈ। ਬਰਲਿਨ ਫਿਰ ਇੱਕ ਤਰ੍ਹਾਂ ਨਾਲ ਸ਼ੀਤ ਯੁੱਧ ਦਾ ਭਖਦਾ ਮਸਲਾ ਬਣ ਗਿਆ। ਇਸ ਸਮੇਂ ਦੌਰਾਨ ਦਿਤਾਂ ਲਈ ਕੁਝ ਸਟੈਪਸ ਚੁੱਕੇ ਗਏ, ਸਟੈਪਸ ਫਾਰ ਡਿਟੈਂਟ, ਕਿਉਂਕਿ 20ਵੀਂ ਸਦੀ ਦਾ ਜਿਹੜਾ 7ਵਾਂ ਦਹਾਕਾ ਹੈ, ਇਸ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਦੋਹੇ ਧਿਰਾਂ ਇੱਕ ਦੂਸਰੇ ਦੇ ਸਾਹਮਣੇ ਵੀ ਸੈਨਿਕ ਤੌਰ ਤੇ ਵੀ ਸਪਸ਼ਟ ਤੌਰ ਤੇ ਸਾਹਮਣੇ ਖੜੀਆਂ ਹੋਈਆਂ, ਤੇ ਕੁਝ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਤਬਦੀਲੀਆਂ ਆਈਆਂ, ਕੁਝ ਨਵੀਆਂ ਸ਼ਕਤੀਆਂ ਪੈਦਾ ਹੋਈਆਂ, ਜਿਵੇਂ ਚੀਨ ਅਤੇ ਫਰਾਂਸ ਦੋਹਾਂ ਨੇ ਐਟੋਮਿਕ ਪਾਵਰ ਪ੍ਰਾਪਤ ਕਰਨ ਲਈ ਇੱਕ ਵੱਡੀਆਂ ਸੈਨਿਕ ਸ਼ਕਤੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਏ। ਕਿਊਬਾ ਦਾ ਜਿਹੜਾ ਮਿਜ਼ਾਈਲ ਸੰਕਟ ਆਇਆ ਸੀ, ਉਸ ਸਮੇਂ ਬੜਾ ਥੋੜਾ ਜਿਹਾ ਬਚਾ ਰਿਹਾ ਸੀ, ਅਦਰਵਾਈਜ਼ ਉਸ ਸੰਕਟ ਦੇ ਦੌਰਾਨ ਵਿਸ਼ਵ ਨੂੰ ਤੀਸਰੇ ਯੁੱਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ, ਜਾਂ ਘੱਟੋ ਘੱਟ ਇੱਕ ਐਟੋਮਿਕ ਵਾਰ ਦਾ ਸਾਹਮਣਾ ਕਰਨਾ ਪੈ ਸਕਦਾ ਸੀ USA ਅਤੇ USSR ਦੇ ਵਿਚਕਾਰ। ਜਾਪਾਨ ਅਤੇ ਜਰਮਨੀ ਜਿਹੜੇ ਕਿ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਬੁਰੀ ਤਰ੍ਹਾਂ ਟੁੱਟ ਚੁੱਕੇ ਸੀ, ਬੁਰੀ ਤਰ੍ਹਾਂ ਤਬਾਹ ਹੋ ਗਏ ਸੀ, ਦੋਵੇਂ ਹਾਰ ਗਏ ਸੀ। ਇਹਨਾਂ ਨੇ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਸ਼ੁਰੂ ਕੀਤਾ। ਵੱਡੀਆਂ ਆਰਥਿਕ ਸ਼ਕਤੀਆਂ ਦੇ ਤੌਰ ਤੇ ਦੋਵੇਂ ਰਾਜ ਇਹ ਸਾਹਮਣੇ ਆਏ। ਪੱਛਮੀ ਯੂਰਪ ਨੇ ਆਪਣਾ ਆਰਥਿਕ ਏਕੀਕਰਨ ਕਰਨਾ ਸ਼ੁਰੂ ਕੀਤਾ। ਕਈ ਇਸ ਤਰ੍ਹਾਂ ਦੀਆਂ ਸੰਧੀਆਂ ਸਮਝੌਤੇ ਕੀਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਆਰਥਿਕ ਏਕੀਕਰਨ ਸ਼ੁਰੂ ਹੋਇਆ, ਤੇ ਕੁਝ ਗੁੱਟ ਨਿਰਲੇਪ ਅੰਦੋਲਨ ਦਾ ਪ੍ਰਭਾਵ ਪਿਆ, ਜਿਹਦੇ ਵਿੱਚ ਭਾਰਤ ਵੀ ਇੱਕ ਲੀਡਰ ਦੀ ਭੂਮਿਕਾ ਨਿਭਾ ਰਿਹਾ ਸੀ, ਜਿਸ ਦਾ ਅਰਥ ਸੀ ਕਿ ਸੈਨਿਕ ਗਠਬੰਧਨਾਂ ਤੋਂ ਦੂਰ ਰਿਹਾ ਜਾਵੇ, ਵੱਧ ਤੋਂ ਵੱਧ ਰਾਜਾਂ ਨੂੰ ਇਸ ਲਈ ਉਤਸ਼ਾਹਿਤ ਕੀਤਾ ਜਾਵੇ। ਜਿਹੜਾ ਇਹ ਸ਼ਬਦ ਹੈ ਤੀਤਾਂ, ਇਹ ਇੱਕ ਫ੍ਰੈਂਚ ਸ਼ਬਦ ਹੈ ਜਿਸ ਦਾ ਅਰਥ ਹੈ ਤਣਾਅ ਭਰੇ ਸਬੰਧਾਂ ਦੇ ਵਿੱਚ ਨਰਮੀ ਆਉਣਾ। ਇਸ ਸ਼ਬਦ ਦੀ ਪਹਿਲੀ ਵਾਰੀ ਵਰਤੋਂ ਅਮਰੀਕਨ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਸੀ ਡਾਕਟਰ ਹੈਨਰੀ ਕਿਸਿੰਗਰ, ਉਹਨਾਂ ਨੇ ਕੀਤੀ ਸੀ। ਇੱਥੇ ਦਿਤਾਂ ਸ਼ਬਦ ਉਸ ਸ਼ਾਂਤੀ ਦੇ ਸਮੇਂ ਲਈ ਵਰਤਿਆ ਜਾਂਦਾ ਹੈ ਜਦੋਂ ਤਕਰੀਬਨ 1970 ਤੋਂ 80 ਤੱਕ ਜਾਂ 1970 ਤੋਂ 1979 ਤੱਕ USA ਅਤੇ USSR ਦੇ ਵਿਚਕਾਰ ਜੋ ਠੰਡੀ ਜੰਗ ਚੱਲ ਰਹੀ ਸੀ, ਸ਼ੀਤ ਯੁੱਧ ਚੱਲ ਰਿਹਾ ਸੀ, ਉਹਦੇ ਵਿੱਚ ਕੁਝ ਨਰਮੀ ਆਈ। ਉਸ ਸਮੇਂ ਲਈ ਦਿਤਾਂ ਜਾਂ ਡਿਟੈਂਟ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਹਾਕੇ ਦੀਆਂ ਇਹਨਾਂ ਘਟਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਚੌਥਾ ਪੜਾਅ ਵੀ ਪੂਰੇ ਵਿਸ਼ਵ ਲਈ ਡਰਾਵਣਾ ਬਣਿਆ ਰਿਹਾ। ਦੋਹਾਂ ਮਹਾਸ਼ਕਤੀਆਂ ਦੇ ਸਬੰਧਾਂ ਦੇ ਵਿੱਚ ਕਈ ਵਾਰੀ ਤਣਾਅਪੂਰਨ ਸਥਿਤੀ ਆਈ, ਕਈ ਵਾਰੀ ਯੁੱਧ ਸ਼ੁਰੂ ਹੋਣ ਦਾ ਡਰ ਪੈਦਾ ਹੋਇਆ, ਪਰੰਤੂ ਕੁੱਲ ਮਿਲਾ ਕੇ ਇਸ ਸਮੇਂ ਦੌਰਾਨ ਕੁਝ ਸਕਾਰਾਤਮਕ, ਕੁਝ ਪੋਜ਼ਿਟਿਵ ਸਟੈਪਸ ਵੀ ਚੁੱਕੇ ਗਏ, ਜਿਨ੍ਹਾਂ ਕਰਕੇ ਸ਼ੀਤ ਯੁੱਧ ਦੇ ਵਿੱਚ ਨਰਮੀ ਆਉਣੀ ਸ਼ੁਰੂ ਹੋਈ ਅਤੇ ਸ਼ਾਂਤੀ ਦਾ ਰਸਤਾ, ਡਿਟੈਂਟ ਦਾ ਰਸਤਾ ਪੱਧਰਾ ਹੋਇਆ। ਇਹ ਸੀ ਮੁੱਖ ਘਟਨਾਵਾਂ ਸ਼ੀਤ ਯੁੱਧ ਦੇ ਚੌਥੇ ਦੌਰ ਦੀਆਂ, ਜਿਨ੍ਹਾਂ ਦੇ ਵਿੱਚ ਨੈਗੇਟਿਵ ਘਟਨਾਵਾਂ ਥੋੜ੍ਹੀਆਂ ਨੇ, ਪੋਜ਼ਿਟਿਵ ਘਟਨਾਵਾਂ ਜ਼ਿਆਦਾ ਨੇ। ਇਸ ਲਈ ਇਸ ਸਮੇਂ ਦੇ ਦੌਰਾਨ ਸ਼ਾਂਤੀ ਲਈ ਰਸਤਾ ਪੱਧਰਾ ਹੋਇਆ, ਸ਼ੀਤ ਯੁੱਧ ਦੇ ਵਿੱਚ ਕੁਝ ਨਰਮੀ ਆਈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।